हाँ जी स्टूडेंट्स, ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਪੀ ਬਲੌਕ ਐਲੀਮੈਂਟਸ। ਸੋ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਕਿ ਜਿਹੜੇ ਐਲੀਮੈਂਟਸ ਦੇ ਵਿੱਚ ਲਾਸਟ ਇਲੈਕਟ੍ਰੋਨ ਜੋ ਹੈ ਉਹ ਪੀ ਔਰਬਿਟਲ 'ਚ ਜਾ ਕੇ ਐਂਟਰ ਕਰਦਾ ਹੈ ਉਹਨਾਂ ਨੂੰ ਪੀ ਬਲੌਕ ਐਲੀਮੈਂਟਸ ਦਾ ਨਾਮ ਦਿੰਦੇ ਆ। ਦ ਐਲੀਮੈਂਟਸ ਇਨ ਵਿਚ ਦ ਲਾਸਟ ਇਲੈਕਟ੍ਰੋਨ ਐਂਟਰਸ ਦ ਪੀ ਔਰਬਿਟਲ ਆਫ ਦ ਆਊਟਰਮੋਸਟ એનર્ਜੀ ਲੈਵਲ ਆਰ ਕਾਲਡ ਪੀ ਬਲੌਕ ਐਲੀਮੈਂਟਸ। ਸੋ ਦੱਸਿਆ ਸੀ ਤੁਹਾਨੂੰ ਪੀਰੀਓਡਿਕ ਟੇਬਲ ਦੇ ਵਿੱਚ 6 ਜਿਹੜੇ ਗਰੁੱਪਸ ਨੇ ਉਹ ਪੀ ਬਲੌਕ ਦੇ ਵਿੱਚ ਆਉਂਦੇ ਆ। ਗਰੁੱਪ ਨੰਬਰ 13th ਤੋਂ ਲੈ ਕੇ ਗਰੁੱਪ ਨੰਬਰ 18th ਤੱਕ। ਇਹ ਗਰੁੱਪ ਨੰਬਰ 13th ਹੈ, 14th, 15th, 16th, 17th ਐਂਡ 18th। ਸੋ ਇਹ ਸਾਰੇ ਦੇ ਸਾਰੇ ਜਿਹੜੇ ਐਲੀਮੈਂਟਸ ਨੇ ਇਹ ਪੀ ਬਲੌਕ ਦੇ ਐਲੀਮੈਂਟਸ ਨੇ। ਅਤੇ ਪੀਰੀਓਡਿਕ ਟੇਬਲ 'ਚ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਹ ਜੋ ਸਾਡੇ ਕੋਲ 1 2 3 4 5 6 ਇਹ ਜੋ 6 ਸਾਡੇ ਕੋਲ ਇਹ ਪੂਰੇ ਗਰੁੱਪਸ ਨੇ ਇਹ ਪੀ ਬਲੌਕ ਦੇ ਵਿੱਚ ਹੈ। ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜੋ ਲਾਸਟ ਇਲੈਕਟ੍ਰੋਨ ਹੈ ਉਹ ਪੀ ਔਰਬਿਟਲ ਦੇ ਵਿੱਚ ਜਾ ਕੇ ਐਂਟਰ ਕਰਦਾ। ਅਤੇ ਨੈਕਸਟ ਅੱਗੇ ਫਿਰ ਸਾਡੇ ਕੋਲ ਕਰੈਕਟਰਿਸਟਿਕਸ ਆਫ ਪੀ ਬਲੌਕ ਐਲੀਮੈਂਟਸ, ਵਿਸ਼ੇਸ਼ਤਾਵਾਂ ਇਹਨਾਂ ਦੀਆਂ ਪੀ ਬਲੌਕ ਐਲੀਮੈਂਟਸ ਦੀਆਂ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਕੀ ਹੁੰਦੀਆਂ ਨੇ। ਦ ਪੀ ਬਲੌਕ ਐਲੀਮੈਂਟਸ ਕੰਟੇਨ ਬੋਥ ਮੈਟਲਸ ਐਂਡ ਨੋਨ ਮੈਟਲਸ। ਸੋ ਪੀ ਬਲੌਕ ਐਲੀਮੈਂਟਸ ਦੇ ਵਿੱਚ ਮੈਟਲਸ ਵੀ ਨੇ ਅਤੇ ਨੋਨ ਮੈਟਲਸ ਵੀ ਨੇ। ਜਿਵੇਂ ਐਲੂਮੀਨੀਅਮ ਹੈ ਸਾਡੇ ਕੋਲ ਮੈਟਲ ਹੁੰਦੀ ਹੈ। ਜਿਵੇਂ ਜਿਵੇਂ ਲੈਫਟ ਟੂ ਰਾਈਟ ਜਾਂਦੇ ਆ ਮੈਟੈਲਿਕ ਕਰੈਕਟਰ ਜੋ ਹੈ ਉਹ ਘਟਦਾ ਜਾਂਦਾ ਹੈ ਅਤੇ ਨੋਨ ਮੈਟੈਲਿਕ ਕਰੈਕਟਰ ਵੱਧਦਾ ਚਲੇ ਜਾਂਦਾ ਹੈ। ਇੱਧਰ ਨੂੰ ਜਾਂਦੇ ਆ ਤਾਂ ਨੋਨ ਮੈਟਲਸ ਆਉਂਦੇ ਆ ਸਾਰੇ। ਆਹ ਨੈਕਸਟ ਦੇ ਹੈਵ ਹਾਈ ਆਇਓਨਾਈਜੇਸ਼ਨ ਐਂਥੈਲਪੀ ਦੈਨ ਐਸ ਬਲੌਕ ਐਲੀਮੈਂਟਸ। ਈ ਆਉਣਾ ਇੱਥੇ, ਆਈ ਨਹੀਂ ਆਉਣਾ। ਐਂਥੈਲਪੀ, they have high ionization enthalpy than S block elements। ਆਇਓਨਾਈਜੇਸ਼ਨ ਐਂਥੈਲਪੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਿਸੇ ਵੀ ਐਲੀਮੈਂਟ ਦੇ ਆਊਟਰਮੋਸਟ ਸ਼ੈਲ ਦੇ ਵਿੱਚੋਂ ਇਲੈਕਟ੍ਰੋਨ ਨੂੰ ਬਾਹਰ ਕੱਢਣ ਦੇ ਲਈ ਜੋ એનર્ਜੀ ਚਾਹੀਦੀ ਹੈ ਉਸ ਨੂੰ ਆਇਓਨਾਈਜੇਸ਼ਨ ਐਂਥੈਲਪੀ ਦਾ ਨਾਮ ਦਿੰਦੇ ਆ। ਹੁਣ ਐਸ ਬਲੌਕ ਐਲੀਮੈਂਟਸ ਦੇ ਵਿੱਚ ਆਊਟਰਮੋਸਟ ਸ਼ੈਲ 'ਚ ਜਾਂ ਤਾਂ ਇੱਕ ਇਲੈਕਟ੍ਰੋਨ ਹੈ ਜਾਂ ਫਿਰ 2 ਇਲੈਕਟ੍ਰੋਨ ਹੈ। ਬਟ ਪੀ ਔਰਬਿਟਲ ਦੇ ਵਿੱਚ ਪੀ ਬਲੌਕ ਐਲੀਮੈਂਟਸ ਦੇ ਵਿੱਚ ਲਾਸਟ ਔਰਬਿਟਲ ਦੇ ਵਿੱਚ ਤੁਸੀਂ ਦੇਖੋ ਇੱਥੇ 4s2 4p1। ਸੋ ਇੱਥੇ 3 ਇਲੈਕਟ੍ਰੋਨ ਆਊਟਰਮੋਸਟ ਸ਼ੈਲ 'ਚ, ਇੱਥੇ 4 ਇਲੈਕਟ੍ਰੋਨ ਆਊਟਰਮੋਸਟ ਸ਼ੈਲ 'ਚ, ਇੱਥੇ 5 ਇਲੈਕਟ੍ਰੋਨ ਆਊਟਰਮੋਸਟ ਸ਼ੈਲ 'ਚ, 6 ਇਲੈਕਟ੍ਰੋਨ, 7 ਇਲੈਕਟ੍ਰੋਨ, 8 ਇਲੈਕਟ੍ਰੋਨ। ਸੋ ਪੀ ਔਰਬਿਟਲਸ ਦੇ ਵਿੱਚ ਆਊਟਰਮੋਸਟ ਸ਼ੈਲ 'ਚ ਇਲੈਕਟ੍ਰੋਨਸ ਜ਼ਿਆਦਾ ਹੁੰਦੇ ਆ। ਸੋ ਜਿਸ ਕਰਕੇ ਉਹਨਾਂ ਨੂੰ ਇਲੈਕਟ੍ਰੋਨਸ ਨੂੰ ਬਾਹਰ ਕੱਢਣ ਦੇ ਲਈ ਆਇਓਨਾਈਜੇਸ਼ਨ ਐਂਥੈਲਪੀ ਵੀ ਜ਼ਿਆਦਾ ਚਾਹੀਦੀ ਹੈ। ਨੈਕਸਟ ਦੇ ਫੋਰਮ ਮੋਸਟਲੀ ਕੋਵੈਲੈਂਟ ਕੰਪਾਊਂਡਸ। ਕੋਵੈਲੈਂਟ ਕੰਪਾਊਂਡ ਉਹ ਹੁੰਦੇ ਆ ਜਿਹੜੇ ਇਲੈਕਟ੍ਰੋਨਸ ਦੀ ਸ਼ੇਅਰਿੰਗ ਦੇ ਨਾਲ ਬਣਦੇ ਆ। ਇਹ ਨੈਕਸਟ ਚੈਪਟਰ 'ਚ ਜਾ ਕੇ ਤੁਸੀਂ 2 ਤਰ੍ਹਾਂ ਦੇ ਬੌਂਡ ਪੜ੍ਹਨੇ ਆ, ਇੱਕ ਆਇਨਿਕ ਬੌਂਡ ਅਤੇ ਇੱਕ ਕੋਵੈਲੈਂਟ ਬੌਂਡ। ਆਇਨਿਕ ਬੌਂਡ ਉਹ ਹੁੰਦਾ ਹੈ ਜਿਹਦੇ ਵਿੱਚ ਇੱਕ ਐਲੀਮੈਂਟ ਕਿਸੇ ਦੂਜੇ ਐਲੀਮੈਂਟ ਦੇ ਨਾਲ ਬੌਂਡ ਬਣਾਉਂਦਾ, ਬਟ ਉਦੋਂ ਬਣਾਉਂਦਾ ਜਦੋਂ ਇੱਕ ਐਲੀਮੈਂਟ ਕਿਸੇ ਦੂਜੇ ਐਲੀਮੈਂਟ ਨੂੰ ਆਪਣਾ ਇਲੈਕਟ੍ਰੋਨ ਕੰਪਲੀਟਲੀ ਟਰਾਂਸਫਰ ਕਰ ਦੇਵੇ, ਉਦੋਂ ਆਇਨਿਕ ਬੌਂਡ ਬਣਦਾ। ਬਟ ਜਦੋਂ ਇੱਕ ਐਲੀਮੈਂਟ ਕਿਸੇ ਦੂਜੇ ਐਲੀਮੈਂਟ ਦੇ ਨਾਲ ਆਪਣੇ ਇਲੈਕਟ੍ਰੋਨ ਸ਼ੇਅਰ ਕਰਦਾ ਹੈ, ਕਿ ਪਹਿਲਾ ਦੂਜੇ ਦੇ ਨਾਲ ਇਲੈਕਟ੍ਰੋਨ ਸ਼ੇਅਰ ਕਰ ਲੈਂਦਾ, ਦੂਜਾ ਪਹਿਲੇ ਦੇ ਨਾਲ ਇਲੈਕਟ੍ਰੋਨ ਸ਼ੇਅਰ ਕਰਦਾ ਹੈ, ਤਾਂ ਸ਼ੇਅਰਿੰਗ ਦੇ ਨਾਲ ਜਿਹੜਾ ਬੌਂਡ ਬਣਦਾ ਉਹਨੂੰ ਕੋਵੈਲੈਂਟ ਬੌਂਡ ਕਹਿੰਦੇ ਆ। ਅਤੇ ਉਹ ਜਿਹੜੇ ਕੰਪਾਊਂਡ ਬਣਦੇ ਉਹਨਾਂ ਨੂੰ ਕੋਵੈਲੈਂਟ ਕੰਪਾਊਂਡਸ ਕਹਿ ਦਿੰਦੇ ਆ। ਸੋ ਜਿਹੜੇ ਪੀ ਬਲੌਕ ਐਲੀਮੈਂਟਸ ਨੇ ਇਹ ਜ਼ਿਆਦਾਤਰ ਕੋਵੈਲੈਂਟ ਕੰਪਾਊਂਡ ਹੀ ਬਣਾਉਂਦੇ ਆ, ਮਤਲਬ ਇਹ ਆਪਸ ਦੇ ਵਿੱਚ ਇਲੈਕਟ੍ਰੋਨਸ ਇੱਕ ਦੂਜੇ ਦੇ ਨਾਲ ਸ਼ੇਅਰ ਹੀ ਕਰਦੇ ਆ, ਕੰਪਲੀਟ ਟਰਾਂਸਫਰ ਨਹੀਂ ਕਰਦੇ ਇਲੈਕਟ੍ਰੋਨਸ। ਨੈਕਸਟ ਹੈ ਸਮ ਆਫ ਦਾ ਪੀ ਬਲੌਕ ਐਲੀਮੈਂਟਸ ਸ਼ੋ। ਇਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕਿ ਕੁਛ ਜਿਹੜੇ ਪੀ ਬਲੌਕ ਐਲੀਮੈਂਟਸ ਨੇ ਇਹ ਕੀ ਚੀਜ਼ ਸ਼ੋ ਕਰਦੇ ਆ, ਸ਼ੋ ਮੋਰ ਦੈਨ 1 ਆਕਸੀਡੇਸ਼ਨ ਸਟੇਟਸ। ਸੋ ਜਿਹੜੇ ਪੀ ਬਲੌਕ ਐਲੀਮੈਂਟਸ ਹੈ ਇਹ ਇੱਕ ਤੋਂ ਜ਼ਿਆਦਾ ਨੰਬਰ ਆਫ ਆਕਸੀਡੇਸ਼ਨ ਸਟੇਟਸ ਸ਼ੋ ਕਰਦੇ ਆ। ਆਕਸੀਡੇਸ਼ਨ ਸਟੇਟ ਕਿਹਨੂੰ ਕਹਿ ਦਿੰਦੇ ਆਪਾਂ? ਕੋਈ ਵੀ ਐਲੀਮੈਂਟ ਜਦੋਂ ਆਪਣੇ ਇਲੈਕਟ੍ਰੋਨਸ ਕਿਸੇ ਦੂਜੇ ਨੂੰ ਦੇ ਦਿੰਦਾ ਜਾਂ ਕਿਸੇ ਦੂਜੇ ਦੇ ਕੋਲੋਂ ਇਲੈਕਟ੍ਰੋਨ ਗੇਨ ਕਰ ਲੈਂਦਾ ਤਾਂ ਉਹਦੇ ਉੱਤੇ ਕੁਝ ਨਾ ਕੁਝ ਚਾਰਜ ਆ ਜਾਂਦਾ। ਜਿਵੇਂ ਤੁਸੀਂ ਪਹਿਲਾਂ ਆਇਨਸ ਜਿਹੜੇ ਉਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਪੜ੍ਹੀ ਹੈ ਕਿ ਕਿਸੇ ਆਇਨ ਦੇ ਉੱਤੇ 1 ਪੋਜ਼ੀਟਿਵ ਚਾਰਜ ਹੈ, ਕਿਸੇ ਦੇ ਉੱਤੇ 2 ਪੋਜ਼ੀਟਿਵ ਚਾਰਜ ਹੈ, ਕਿਸੇ ਦੇ ਉੱਤੇ -2 ਨੈਗੇਟਿਵ, ਇਸ ਤਰ੍ਹਾਂ ਮਤਲਬ ਕਿਸੇ ਦੇ ਉੱਤੇ ਪੋਜ਼ੀਟਿਵ ਜਾਂ ਕਿਸੇ ਦੇ ਉੱਤੇ ਨੈਗੇਟਿਵ। ਸੋ ਜਿੰਨਾ ਕਿਸੇ ਵੀ ਐਲੀਮੈਂਟ ਦੇ ਉੱਤੇ ਚਾਰਜ ਹੁੰਦਾ ਹੈ ਉਨੀ ਹੀ ਉਹਦੀ ਆਕਸੀਡੇਸ਼ਨ ਸਟੇਟ। ਜੇ ਕਿਸੇ ਦੇ ਉੱਤੇ 2 ਪੋਜ਼ੀਟਿਵ ਚਾਰਜ ਹੈ ਮਤਲਬ ਉਹਦੀ ਆਕਸੀਡੇਸ਼ਨ ਸਟੇਟ 2 ਪੋਜ਼ੀਟਿਵ ਹੈ। ਜੇ ਕਿਸੇ ਦੇ ਉੱਤੇ 2 ਨੈਗੇਟਿਵ ਚਾਰਜ ਹੈ ਐਲੀਮੈਂਟ ਦੇ ਉੱਤੇ ਤਾਂ ਇਹਦਾ ਮਤਲਬ ਉਹਦੀ ਆਕਸੀਡੇਸ਼ਨ ਸਟੇਟ 2 ਨੈਗੇਟਿਵ ਹੈ। ਇਹ ਜਿਹੜੇ ਪੀ ਬਲੌਕ ਐਲੀਮੈਂਟਸ ਨੇ ਕਹਿੰਦੇ ਇੱਕ ਤੋਂ ਜ਼ਿਆਦਾ ਆਕਸੀਡੇਸ਼ਨ ਸਟੇਟਸ ਸ਼ੋ ਕਰਦੇ ਆ।
मतलब ਜਿਹੜੇ S ਬਲੋਕ ਐਲੀਮੈਂਟਸ ਨੇ, ਜੇਕਰ ਆਪਾਂ ਇਹਨਾਂ ਦੀ ਗੱਲ ਕਰੀਏ, ਹਾਈਡਰੋਜਨ ਹੈ, ਲੀਥੀਅਮ ਹੈ, ਸੋਡੀਅਮ ਹੈ, ਪੋਟਾਸ਼ੀਅਮ ਹੈ, ਇਹਨਾਂ ਦੇ ਆਊਟਰਮੋਸਟ ਸ਼ੈੱਲ 'ਚ ਇੱਕੋ ਇੱਕ ਇਲੈਕਟ੍ਰੋਨ ਹੈ। ਸੋ ਇੱਕ ਹੀ ਇਹ ਰਿਲੀਜ਼ ਕਰ ਸਕਦੇ ਆ। ਸੋ ਇਹਨਾਂ ਦੀ ਇੱਕ ਹੀ ਆਕਸੀਡੇਸ਼ਨ ਸਟੇਟ ਹੋਵੇਗੀ, ਉਹ ਵੀ ਹੈ +1। ਇਸੇ ਤਰ੍ਹਾਂ ਬੈਰੀਲੀਅਮ ਹੈ, ਮੈਗਨੀਸ਼ੀਅਮ ਹੈ, ਕੈਲਸ਼ੀਅਮ ਹੈ, ਇਹਨਾਂ ਦੇ ਆਊਟਰਮੋਸਟ ਸ਼ੈੱਲ 'ਚ ਵੀ 2-2 ਇਲੈਕਟ੍ਰੋਨ ਹੀ ਨੇ। ਸੋ ਇਹ ਵੀ ਸਿਰਫ 2 ਇਲੈਕਟ੍ਰੋਨ ਰਿਲੀਜ਼ ਕਰਕੇ +2 ਆਕਸੀਡੇਸ਼ਨ ਸਟੇਟ ਸ਼ੋ ਕਰ ਸਕਦੇ ਆ। ਮਤਲਬ ਇਹਨਾਂ ਦੀ ਵੀ ਆਕਸੀਡੇਸ਼ਨ ਸਟੇਟ ਇੱਕ ਹੀ ਹੋਵੇਗੀ, ਉਹ ਵੀ +2 ਹੋਵੇਗੀ। ਬਟ ਜਿਹੜੇ ਇਹ ਪੀ ਬਲੋਕ ਐਲੀਮੈਂਟਸ ਨੇ, ਇਹਨਾਂ ਦੇ ਆਊਟਰਮੋਸਟ ਸ਼ੈੱਲ 'ਚ ਤੁਸੀਂ ਦੇਖੋ 3 ਇਲੈਕਟ੍ਰੋਨ, 4 ਇਲੈਕਟ੍ਰੋਨ, 5 ਇਲੈਕਟ੍ਰੋਨ, ਇਸ ਤਰ੍ਹਾਂ ਵੱਖਰੇ ਵੱਖਰੇ ਇਲੈਕਟ੍ਰੋਨ ਹੈ। ਸੋ ਇਹ ਕੀ ਕਰਦੇ ਆ, ਜਿਹੜੇ ਆਹ 3 ਇਲੈਕਟ੍ਰੋਨ ਹੈ ਜਿਵੇਂ ਇਹਦੇ ਆਊਟਰਮੋਸਟ ਸ਼ੈੱਲ 'ਚ, ਤਾਂ 1 ਇਲੈਕਟ੍ਰੋਨ ਤਾਂ ਹੈਗਾ ਪੀ ਔਰਬਿਟਲ 'ਚ, 2 ਇਲੈਕਟ੍ਰੋਨ ਹੈਗੇ ਐਸ ਔਰਬਿਟਲ 'ਚ। ਇਹ +1 ਆਕਸੀਡੇਸ਼ਨ ਸਟੇਟ ਵੀ ਸ਼ੋ ਕਰ ਸਕਦਾ, ਮਤਲਬ ਪੀ ਔਰਬਿਟਲ ਦਾ 1 ਇਲੈਕਟ੍ਰੋਨ ਜਦੋਂ ਇਹ ਕਿਸੇ ਦੂਜੇ ਨੂੰ ਦੇ ਦੂਗਾ ਤਾਂ +1 ਆਕਸੀਡੇਸ਼ਨ ਸਟੇਟ ਹੋ ਜਾਣੀ ਇਹਦੀ। ਪਰ ਜਦੋਂ ਇਹਨੇ 5s2 ਦੇ 2 ਇਲੈਕਟ੍ਰੋਨ ਵੀ ਦੇ ਦਿੱਤੇ ਤੇ 2 ਇਹ ਤੇ 1 ਇਹ 3 ਹੋ ਗਏ, ਤਾਂ ਇਹਦੀ ਆਕਸੀਡੇਸ਼ਨ ਸਟੇਟ +3 ਵੀ ਹੋ ਜਾਂਦੀ ਹੈ। ਸੋ ਮਤਲਬ ਇੱਕ ਤੋਂ ਜ਼ਿਆਦਾ ਨੰਬਰ ਆਫ ਆਕਸੀਡੇਸ਼ਨ ਸਟੇਟਸ ਜੋ ਹੈ ਇਹ ਪੀ ਬਲੋਕ ਐਲੀਮੈਂਟਸ ਸ਼ੋ ਕਰ ਸਕਦੇ ਆ। ਇਹ ਫੀਚਰ ਵੀ ਹੈ ਇਹਨਾਂ ਦਾ, ਜੋ ਕਿ ਐਸ ਬਲੋਕ ਐਲੀਮੈਂਟਸ ਤੋਂ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ ਹੈ। ਨੈਕਸਟ ਇਸ ਤੋਂ ਬਾਅਦ ਅੱਗੇ ਆ ਜਾਂਦੇ ਆ ਫਿਰ ਸਾਡੇ ਕੋਲ ਡੀ ਬਲੋਕ ਐਲੀਮੈਂਟਸ। ਡੀ ਬਲੋਕ ਦੀ ਗੱਲ ਕਰੀਏ ਫਿਰ ਉਸੇ ਤਰ੍ਹਾਂ, ਦ ਐਲੀਮੈਂਟਸ ਇਨ ਵਿਚ ਦ ਲਾਸਟ ਇਲੈਕਟ੍ਰੋਨ ਐਂਟਰਸ ਦ ਡੀ ਔਰਬਿਟਲ of their outermost energy level are called d block elements। ਜਿਹੜੇ ਐਲੀਮੈਂਟਸ ਦੇ ਵਿੱਚ ਲਾਸਟ ਇਲੈਕਟ੍ਰੋਨ ਡੀ ਔਰਬਿਟਲ 'ਚ ਜਾ ਕੇ ਐਂਟਰ ਕਰਦਾ ਹੈ ਉਹਨਾਂ ਨੂੰ ਡੀ ਬਲੋਕ ਐਲੀਮੈਂਟਸ ਦਾ ਨਾਮ ਦਿੱਤਾ ਜਾਂਦਾ ਹੈ। ਇੱਥੇ ਤਾਂ ਡੀ ਬਲੋਕ ਦੀ ਸਿਰਫ ਇੱਕ ਸੀਰੀਜ਼ ਲਿਖੀ ਹੋਈ ਹੈ, ਬਟ ਪੀਰੀਓਡਿਕ ਟੇਬਲ 'ਚ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਰੀਓਡਿਕ ਟੇਬਲ ਦੇ ਵਿੱਚ ਆ ਗਰੁੱਪ ਨੰਬਰ 3 ਤੋਂ ਲੈ ਕੇ ਗਰੁੱਪ ਨੰਬਰ 10 ਤੱਕ ਇਸ ਤਰ੍ਹਾਂ, ਤੇ ਨੀਚੇ ਨੂੰ ਆ ਇਸ ਤਰ੍ਹਾਂ 4-4 ਐਲੀਮੈਂਟਸ, ਟੋਟਲ ਇਹ 40 ਐਲੀਮੈਂਟਸ ਹੋ ਗਏ ਜਿਹੜੇ ਡੀ ਬਲੋਕ ਦੇ ਵਿੱਚ ਆਉਂਦੇ ਆ। ਸੋ ਇਹਨਾਂ ਸਾਰਿਆਂ ਦੇ ਵਿੱਚ ਲਾਸਟ ਇਲੈਕਟ੍ਰੋਨ ਜੋ ਹੈ ਉਹ ਡੀ ਔਰਬਿਟਲ 'ਚ ਜਾ ਕੇ ਐਂਟਰ ਕਰਦਾ, ਇਸ ਕਰਕੇ ਇਹਨਾਂ ਨੂੰ ਡੀ ਬਲੋਕ ਐਲੀਮੈਂਟਸ ਦਾ ਨਾਮ ਦਿੱਤਾ ਜਾਂਦਾ ਹੈ। ਤੇ ਮੋਸਟਲੀ ਇਹਦੇ ਵਿੱਚ ਜਿਹੜੇ ਐਲੀਮੈਂਟਸ ਹੁੰਦੇ ਆ ਉਹ ਮੈਟਲਸ ਨੇ, ਦੇਖ ਸਕਦੇ ਆ ਤੁਸੀਂ ਲਗਭਗ ਮੈਟਲਸ ਜਿਹੜੇ ਆਪਾਂ ਨਾਰਮਲ ਲਾਈਫ 'ਚ ਵੀ ਯੂਜ਼ ਕਰਦੇ ਆ, ਆਇਰਨ ਹੋ ਗਈ, ਨਿਕਲ ਹੈ, ਕਾਪਰ ਹੈ, ਜ਼ਿੰਕ ਜਿਹੜੀ ਹੈ ਯੂਜ਼ ਕਰਦੇ ਆ, ਸਿਲਵਰ ਯੂਜ਼ ਕਰਦੇ ਆ, ਗੋਲਡ ਯੂਜ਼ ਕਰਦੇ ਆ ਆਪਾਂ, ਮਰਕਰੀ ਯੂਜ਼ ਕੀਤੀ ਜਾਂਦੀ ਥਰਮਾਮੀਟਰ ਦੇ ਵਿੱਚ, ਪਲਾਟੀਨਮ ਕਿਤੇ ਨਾ ਕਿਤੇ ਯੂਜ਼ ਕੀਤੀ ਜਾਂਦੀ ਹੈ, ਟੰਗਸਟਨ ਕਿਤੇ ਯੂਜ਼ ਕੀਤੀ ਜਾਂਦੀ ਹੈ। ਸੋ ਇਹ ਸਾਰੇ ਦੇ ਸਾਰੇ ਲਗਭਗ ਇਹ ਮੈਟਲਸ ਹੁੰਦੇ ਆ। ਸੋ ਹੁਣ ਇਹਨਾਂ ਦੀਆਂ ਕਰੈਕਟਰਿਸਟਿਕਸ ਆਪਾਂ ਇੱਥੇ ਡਿਸਕਸ ਕਰਾਂਗੇ। ਕਰੈਕਟਰਿਸਟਿਕਸ ਆਫ ਡੀ ਬਲੋਕ ਐਲੀਮੈਂਟਸ। all the elements of D block are metals having high melting and boiling points। ਜਿੰਨੇ ਵੀ D block ਦੇ ਐਲੀਮੈਂਟਸ ਨੇ ਕਹਿੰਦੇ ਸਾਰੇ ਮੈਟਲਸ ਹੈ ਤੇ ਇਹਨਾਂ ਦੇ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਹਾਈ ਹੁੰਦੇ ਆ। ਨੈਕਸਟ, most of them form colored compounds due to DD transitions। ਕਹਿੰਦੇ ਕਾਫੀ ਸਾਰੇ ਜਿਹੜੇ ਐਲੀਮੈਂਟਸ ਨੇ ਇਹਨਾਂ ਦੇ ਵਿੱਚ ਉਹ ਕਲਰ ਸ਼ੋ ਕਰਦੇ ਆ DD ਟ੍ਰਾਂਜੀਸ਼ਨ ਦੇ ਕਰਕੇ। ਇਹ ਜੋ DD ਟ੍ਰਾਂਜੀਸ਼ਨ ਦਾ ਟੌਪਿਕ ਹੈ ਇਹ ਬਾਅਦ 'ਚ ਜਾ ਕੇ ਤੁਸੀਂ ਡਿਸਕਸ ਕਰਨਾ ਹੈ। ਟ੍ਰਾਂਜੀਸ਼ਨ ਦਾ ਮਤਲਬ ਹੁੰਦਾ ਚੇਂਜ, ਮਤਲਬ D ਔਰਬਿਟਲ ਜੋ ਹੈ D ਸਬ ਸ਼ੈਲ ਦੇ ਵਿੱਚ 5 ਔਰਬਿਟਲ ਹੁੰਦੇ ਆ, ਉਹ 5 ਔਰਬਿਟਲ ਜਿਹੜੇ ਹੈ ਉਹ ਸਪਲਿਟ ਹੋ ਜਾਂਦੇ ਆ, ਟੁੱਟ ਜਾਂਦੇ ਆ, ਜਿਨ੍ਹਾਂ ਦੇ ਵਿੱਚ 3 ਔਰਬਿਟਲ ਲੋਅਰ એનર્ਜੀ ਦੇ ਰਹਿ ਜਾਂਦੇ, 2 ਔਰਬਿਟਲ ਹਾਇਰ એનર્ਜੀ ਦੇ ਹੋ ਜਾਂਦੇ ਆ। ਤਾਂ ਉਹ ਲੋਅਰ ਔਰਬਿਟਲਸ ਜਿਹੜੇ ਆ ਉਹਨਾਂ ਦੇ ਵਿੱਚੋਂ ਇਲੈਕਟ੍ਰੋਨ એનર્ਜੀ ਲੈ ਕੇ ਹਾਇਰ ਔਰਬਿਟ ਦੇ ਵਿੱਚ ਚਲੇ ਜਾਂਦਾ, ਹਾਇਰ ਔਰਬਿਟਲ ਦੇ ਵਿੱਚ, ਤੇ ਇਹਨੂੰ DD ਟ੍ਰਾਂਜੀਸ਼ਨ ਦਾ ਨਾਮ ਦਿੰਦੇ ਆ। ਉਹਦੇ ਕਰਕੇ ਜਿਹੜੇ ਹੈ ਇਹ D ਔਰਬਿਟਲ ਦੇ ਐਲੀਮੈਂਟਸ ਕਲਰ ਸ਼ੋ ਕਰਦੇ ਆ। ਇਹ ਟੌਪਿਕ ਬਾਅਦ 'ਚ ਜਾ ਕੇ ਆਉਣਾ ਤੁਹਾਨੂੰ, ਫਿਲਹਾਲ ਤੁਸੀਂ ਇੰਨਾ ਯਾਦ ਰੱਖ ਸਕਦੇ ਇਹਦੇ 'ਚ ਕਿ ਜਿਹੜੇ D ਬਲੋਕ ਦੇ ਐਲੀਮੈਂਟਸ ਹੈ ਇਹ ਕਲਰਡ ਕੰਪਾਊਂਡ ਸ਼ੋ ਕਰਦੇ ਆ DD ਟ੍ਰਾਂਜੀਸ਼ਨਸ ਦੇ ਕਰਕੇ। ਨੈਕਸਟ, ਦੇ ਹੈਵ ਏ ਗੁੱਡ ਟੈਂਡੈਂਸੀ ਟੂ ਫਾਰਮ ਕੰਪਲੈਕਸ ਕੰਪਾਊਂਡਸ। ਕੰਪਲੈਕਸ ਹੁੰਦਾ ਬਿਗਰ ਕੰਪਾਊਂਡ। ਸੋ D ਬਲੋਕ ਦੇ ਐਲੀਮੈਂਟਸ ਜਿਹੜੇ ਉਹ ਬਿਗਰ ਕੰਪਾਊਂਡਸ ਬਣਾਉਂਦੇ ਆ। +2 'ਚ ਜਾ ਕੇ ਇੱਕ ਚੈਪਟਰ ਆਉਂਦਾ 6ਵਾਂ ਕੋਆਰਡੀਨੇਸ਼ਨ ਕੰਪਾਊਂਡਸ ਦਾ। ਸੋ ਕੋਆਰਡੀਨੇਸ਼ਨ ਕੰਪਾਊਂਡ ਜਾਂ ਕੰਪਲੈਕਸ ਕੰਪਾਊਂਡ ਕਹਿੰਦੇ ਨੇ ਆਪਾਂ ਉਹਨਾਂ ਨੂੰ, ਉਹ D ਬਲੋਕ ਦੇ ਐਲੀਮੈਂਟਸ ਜਿਹੜੇ ਆ ਉਹੀ ਇਹ ਕੋਆਰਡੀਨੇਸ਼ਨ ਕੰਪਾਊਂਡ ਜਾਂ ਕੰਪਲੈਕਸ ਕੰਪਾਊਂਡ ਬਣਾ ਸਕਦੇ ਆ। ਨੈਕਸਟ, ਦੇ ਆਰ ਜਨਰਲੀ ਪੈਰਾਮੈਗਨੈਟਿਕ ਇਨ ਨੇਚਰ। ਪੈਰਾਮੈਗਨੈਟਿਕ ਉਹ ਹੁੰਦੇ ਆ ਜਿਹੜੇ ਮੈਗਨੇਟ ਦੇ ਦੁਆਰਾ ਅਟਰੈਕਟ ਕੀਤੇ ਜਾ ਸਕਦੇ ਆ। ਸੋ ਇਹ D ਬਲੋਕ ਐਲੀਮੈਂਟਸ ਜਿਹੜੇ ਆ ਇਹ ਮੈਗਨੇਟ ਦੇ ਦੁਆਰਾ ਅਟਰੈਕਟ ਕੀਤੇ ਜਾ ਸਕਦੇ, ਇਸ ਕਰਕੇ ਇਹ ਪੈਰਾਮੈਗਨੈਟਿਕ ਨੇਚਰ ਦੇ ਹੁੰਦੇ ਆ। ਨੈਕਸਟ ਹੈ F ਬਲੋਕ ਐਲੀਮੈਂਟਸ। ਦ ਐਲੀਮੈਂਟਸ ਇਨ ਵਿਚ ਦ ਲਾਸਟ ਇਲੈਕਟ੍ਰੋਨ ਐਂਟਰਸ ਇਨ ਦ F orbital of their outermost energy level are called F block elements। ਸੋ ਇਹ
ਤੁਹਾਨੂੰ ਦੱਸਿਆ ਪੀਰੀਓਡਿਕ ਟੇਬਲ ਦੇ ਵਿੱਚ ਕਿ ਸਾਡੇ ਕੋਲੇ ਦੋ ਲਾਸਟ ਦੇ ਵਿੱਚ ਆ ਸੀਰੀਜ਼ ਦਿੱਤੀਆਂ ਹੋਈਆਂ 14 ਐਲੀਮੈਂਟਸ ਦੀਆਂ ਯੂਟਰੀਅਮ ਲੂਟੀਸ਼ੀਅਮ ਤੱਕ, ਸੀਰੀਅਮ ਤੋਂ ਲੈ ਕੇ ਲੂਟੀਸ਼ੀਅਮ, ਥੋਰੀਅਮ ਤੋਂ ਲੈ ਕੇ ਲਾਰੈਂਸ਼ੀਅਮ ਤੱਕ। ਸੋ ਇਹ 14 ਟੋਟਲ 28 ਐਲੀਮੈਂਟਸ ਹੋ ਗਏ। ਐਫ ਬਲੌਕ ਦੇ ਵਿੱਚ ਇਹਨਾਂ 'ਚ ਲਾਸਟ ਇਲੈਕਟ੍ਰੋਨ ਜੋ ਹੈ ਉਹ ਐਫ ਆਰਬਿਟਲ 'ਚ ਜਾ ਕੇ ਐਂਟਰ ਕਰਦਾ ਅਤੇ ਨੈਕਸਟ ਇਹਨਾਂ ਦੀਆਂ ਵੀ ਇੱਥੇ ਆਪਾਂ ਫਿਰ ਜੋ ਕਰੈਕਟਰਿਸਟਿਕਸ ਆ ਸਿਰਫ ਇੱਥੇ ਇੰਨਾ ਹੀ ਬਣਾਇਆ ਹੋਇਆ ਕਿ ਸੀਰੀਅਮ ਤੋਂ ਲੈ ਕੇ ਲੂਟੀਸ਼ੀਅਮ, ਥੋਰੀਅਮ ਤੋਂ ਲੈ ਕੇ ਲਾਰੈਂਸ਼ੀਅਮ ਤੱਕ। ਸੋ ਜੋ ਪਹਿਲੀ ਸੀਰੀਜ਼ ਹੈ ਉਹ ਲੈਂਥੇਨਮ ਨੂੰ ਫੋਲੋ ਕਰਦੀ ਹੈ, ਇੱਥੇ ਮੈਂ ਦੱਸ ਦਿੰਦਾ। ਆ ਪਹਿਲੀ ਸੀਰੀਜ਼ ਲੈਂਥੇਨਮ ਐਲੀਮੈਂਟ ਨੂੰ ਫੋਲੋ ਕਰਦੀ ਹੈ, ਮਤਲਬ ਇਹ ਤੋਂ ਬਾਅਦ 'ਚ ਸਟਾਰਟ ਹੁੰਦੀ ਹੈ, ਇਸ ਕਰਕੇ ਇਹਨਾਂ ਨੂੰ ਲੈਂਥੇਨੋਇਡਸ ਕਹਿੰਦੇ ਆ। ਸੈਕਿੰਡ ਸੀਰੀਜ਼ ਐਕਟੀਨੀਅਮ ਨੂੰ ਫੋਲੋ ਕਰਦੀ ਹੈ, ਇਸ ਕਰਕੇ ਇਹਨਾਂ ਨੂੰ ਐਕਟੇਨੋਇਡਸ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹਨਾਂ ਦੀਆਂ ਹੁਣ ਕਰੈਕਟਰਿਸਟਿਕਸ ਆਪਾਂ ਡਿਸਕਸ ਕਰਾਂਗੇ। ਨੰਬਰ 1 ਦੇ ਆਰ ਹੈਵੀ ਮੈਟਲਸ, ਇਹ ਬਹੁਤ ਜ਼ਿਆਦਾ ਹੈਵੀ ਮੈਟਲ ਹੁੰਦੇ ਆ। ਨੈਕਸਟ ਦੇ ਹੈਵ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟਸ, ਇਹਨਾਂ ਦੇ ਵੀ ਮੈਲਟਿੰਗ ਦੇ ਬੋਇਲਿੰਗ ਪੁਆਇੰਟ ਹਾਈ ਨੇ। ਦੇ ਸ਼ੋ ਵੇਰੀਏਬਲ ਆਕਸੀਡੇਸ਼ਨ ਸਟੇਟਸ, ਇਹਨਾਂ ਦੀਆਂ ਵੀ ਆਕਸੀਡੇਸ਼ਨ ਸਟੇਟਸ ਇੱਕ ਤੋਂ ਜ਼ਿਆਦਾ ਹੁੰਦੀਆਂ ਨੇ। ਦੇ ਫੋਰਮ ਕਲਰਡ ਕੰਪਾਊਂਡਸ ਡਿਊ ਟੂ ਐਫ ਟ੍ਰਾਂਜ਼ੀਸ਼ਨਸ, ਐਫ ਟ੍ਰਾਂਜ਼ੀਸ਼ਨ ਦਾ ਟੌਪਿਕ ਅੱਗੇ ਜਾ ਕੇ BSc 'ਚ ਆਉਂਦਾ ਹੈ ਤੁਹਾਨੂੰ, ਮਤਲਬ ਇਹ ਵੀ ਕਲਰਡ ਕੰਪਾਊਂਡ ਸ਼ੋ ਕਰਦੇ ਆ। ਜਿਵੇਂ DD ਟ੍ਰਾਂਜ਼ੀਸ਼ਨ ਹੁੰਦੀ ਹੈ ਉਸੇ ਤਰ੍ਹਾਂ ਇਹਨਾਂ ਦੇ ਵਿੱਚ FF ਟ੍ਰਾਂਜ਼ੀਸ਼ਨ ਹੁੰਦੀ ਹੈ। ਨੈਕਸਟ ਦੇ ਹੈਵ ਏ ਟੈਂਡੈਂਸੀ ਟੂ ਫੋਰਮ ਕੰਪਲੈਕਸ ਕੰਪਾਊਂਡਸ, ਮਤਲਬ ਇਹ ਵੀ ਕੰਪਲੈਕਸ ਕੰਪਾਊਂਡ ਬਣਾ ਸਕਦੇ ਆ। ਨੈਕਸਟ ਅਮੰਗ ਦੀਜ਼ ਦ ਐਕਟੇਨੋਇਡਸ ਆਰ ਰੇਡੀਓ ਐਕਟਿਵ ਇਨ ਨੇਚਰ, ਇਹਨਾਂ ਦੇ ਵਿੱਚ ਕਹਿੰਦੇ ਜਿਹੜੇ ਐਕਟੇਨੋਇਡਸ ਨੇ ਉਹ ਰੇਡੀਓ ਐਕਟਿਵ ਨੇਚਰ ਦੇ ਹੁੰਦੇ ਆ। ਰੇਡੀਓ ਐਕਟਿਵ ਮਤਲਬ ਰੇਡੀਓ ਐਕਟਿਵ ਐਲੀਮੈਂਟਸ ਹੁੰਦੇ ਆ ਜਿਨ੍ਹਾਂ ਦਾ ਸਪੌਂਟੇਨੀਅਸ ਐਮਿਸ਼ਨ ਹੁੰਦਾ ਹੈ, ਮਤਲਬ ਜਿਹੜੇ ਆਪਣੇ ਆਪ ਰੇਡੀਏਸ਼ਨ ਛੱਡਦੇ ਰਹਿੰਦੇ ਆ, ਉਹਨਾਂ ਨੂੰ ਰੇਡੀਓ ਐਕਟਿਵ ਐਲੀਮੈਂਟਸ ਦਾ ਨਾਮ ਦਿੱਤਾ ਜਾਂਦਾ ਹੈ। ਸੋ ਅੱਜ ਦੇ ਲਈ ਤੁਹਾਡਾ ਇਹ ਇੰਨਾ ਹੀ ਟੌਪਿਕ ਸਹੀ। ਨੈਕਸਟ ਟੌਪਿਕ ਤੁਹਾਡਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।